Hello everybody, welcome to my channel। ਅਸੀਂ PSPCL PSSB JEE ਦੇ ਲਈ ਸਟਾਰਟ ਕੀਤਾ ਸੀਗਾ ਟੈਕਨੀਕਲ ਔਰ ਨੋਨ ਟੈਕਨੀਕਲ ਪਾਰਟ, ਜੋ ਕਿ ਸਾਡੇ ਜੂਨ ਦੇ ਵਿੱਚ ਹੋਣ ਵਾਲਾ ਐਗਜ਼ਾਮ ਦੇ ਲਈ ਇਹ ਇੰਪੋਰਟੈਂਟ ਆ ਕਾਫੀ। ਕੋਈ ਵੀ ਪੇਪਰ ਦੇਖ ਲਈਏ ਉਹਦੇ ਲਈ ਸੋਇਲ ਮਕੈਨਿਕਸ ਫਾਊਂਡੇਸ਼ਨ ਇੰਜੀਨੀਅਰਿੰਗ ਕਾਫੀ ਵੇਟੇਜ ਕੈਰੀ ਕਰਦੀ ਆ। ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਹੀ ਚੱਕਿਆ ਆ ਤਾਂ ਕਿ 30 ਡੇਜ਼ ਦੇ ਵਿੱਚ ਅਸੀਂ ਇਹਦੇ ਜਿੰਨੇ ਵੀ PYQs ਆਉਣ ਵਾਲੇ ਹੋਰ ਸਟੇਟਸ ਦੇ ਵਿੱਚ ਅਸੀਂ ਇਹਨਾਂ ਨੂੰ ਕੰਪਲੀਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਸਟਾਰਟ ਕਰਦੇ ਹਾਂ ਸੋਇਲ ਮਕੈਨਿਕਸ ਐਂਡ ਫਾਊਂਡੇਸ਼ਨ ਇੰਜੀਨੀਅਰਿੰਗ। ਸਾਡਾ ਪਹਿਲਾ ਚੈਪਟਰ ਹੈਗਾ ਆ ਸੋਇਲ ਮਕੈਨਿਕਸ ਐਂਡ ਇੰਟਰੋਡਕਸ਼ਨ। ਠੀਕ ਹੈ, ਫਸਟ ਕੁਐਸਚਨ ਇਜ਼ which of the soil is transported through wind? ਵਿੰਡ ਦੇ ਦੁਆਰਾ ਟਰਾਂਸਪੋਰਟ ਹੋਣ ਵਾਲੀ ਇਹਨਾਂ ਦੇ ਵਿੱਚੋਂ ਕਿਹੜੀ ਸੋਇਲ ਹੈ? ਕੀ ਉਹ ਲੋਇਸ, ਕੀ ਉਹ ਟੈਲਿਸ ਆ, ਡ੍ਰਿਫਟ ਆ ਜਾਂ ਸੈਂਡ ਡਿਊਨਸ ਆ? ਉਹ ਹੈ ਲੂਇਸ। ਠੀਕ, ਇਹਦੀ ਅਸੀਂ ਐਕਸਪਲੇਨੇਸ਼ਨ ਵੀ ਪੜ੍ਹਦੇ ਹਾਂ। Loess is a transported wind। ठीक, Loess is an aeolian soil। they formed in air। ਇਹ 에ਅਰ ਦੇ ਵਿੱਚ ਹੀ ਬਣਦੀ ਹੈ ਐਂਡ ਸੈਮੀ ਐਰਿਡ ਰੀਜਨਸ ਦੇ ਵਿੱਚ ਆਉਂਦੀ ਹੈ। these deposits have low density and high compressibility। ਠੀਕ ਆ, ਇਹਨਾਂ ਦੀ ਕੰਪਰੈਸਿਬਿਲਿਟੀ ਕਾਫੀ ਘੱਟ ਹੁੰਦੀ ਹੈ, ਡੈਂਸਿਟੀ ਵੀ ਇਹਦੀ ਘੱਟ ਹੁੰਦੀ ਹੈ। bearing capacity of such soils are very low। the permeability in the vertical direction is large। ਓਕੇ, ਇਹ ਹੈਗੀ ਆ ਸਾਰੀ ਐਕਸਪਲੇਨੇਸ਼ਨ ਆਫ ਲੋਇਸ। ਜੋ ਵੀ ਵਿੰਡ ਦੇ ਦੁਆਰਾ ਬਣ ਰਹੀ ਹੋਵੇ ਉਹਨੂੰ ਅਸੀਂ ਕਹਿ ਦਿੰਦੇ ਹਾਂ, ਅੱਗੇ ਤੁਹਾਨੂੰ ਕੁਐਸਚਨਸ ਵੀ ਆਉਣਗੇ, ਉਹਨੂੰ ਕਹਾਂਗੇ ਅਸੀਂ ਐਓਲਿਨ ਸੋਇਲ। ਠੀਕ ਹੈ, ਚਲੋ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਇਜ਼ ਸੋਇਲ ਟਰਾਂਸਪੋਰਟਡ ਬਾਈ ਵਿੰਡ ਇਜ਼। ਜਿਹੜੀ ਸੋਇਲ ਵਿੰਡ ਦੇ ਦੁਆਰਾ ਟਰਾਂਸਪੋਰਟ ਹੋ ਜਾਂਦੀ ਆ ਉਹਨੂੰ ਅਸੀਂ ਕੀ ਕਹਿੰਦੇ ਹਾਂ? ਮੈਂ ਦੱਸਿਆ ਇਹ ਪਿੱਛੇ ਐਓਲਿਨ ਸੋਇਲ। ਠੀਕ ਹੈ, ਅੱਗੇ ਚੱਲਦੇ ਹਾਂ। ਐਓਲਿਨ ਸੋਇਲ ਜਿਹੜੀ ਕਿ ਵਿੰਡ ਦੁਆਰਾ ਟਰਾਂਸਪੋਰਟ ਹੋ ਰਹੀ ਹੋਵੇ, ਔਰ ਇਟ ਇਜ਼ ਅ ਕੈਟੇਗਰੀ ਇਜ਼ ਡਿਊਨ ਬਣ ਰਹੇ ਹੁੰਦੇ ਇਹਦੇ, ਲੂਇਸ ਐਕਸੈਕਟਰਾ। ਇਹ ਸਾਰੇ ਜਿਹੜੇ ਆ ਇਹਦੀਆਂ ਐਗਜ਼ਾਮਪਲਸ ਆ, ਇਹਦੀਆਂ ਕੈਟੇਗਰੀਜ਼ ਦੇ ਵਿੱਚ ਆਉਂਦੀਆਂ ਹੈਗੀਆਂ। ਡਿਊਨ ਕੀ ਹੁੰਦੇ ਆ? ਵੈਨ ਟਰਾਂਸਪੋਰਟਡ ਬਾਈ ਵਿੰਡ। ਜਦੋਂ ਵਿੰਡ ਦੇ ਦੁਆਰਾ ਟਰਾਂਸਪੋਰਟ ਹੋ ਰਹੇ ਹੁੰਦੇ ਆ ਤਾਂ ਇਹ ਜਿਹੜੇ ਪਾਰਟੀਕਲਸ ਹੁੰਦੇ ਆ ਉਹ ਕਾਫੀ ਕੋਰਸ ਹੁੰਦੇ ਆ। ਦੋ ਟਾਈਪਸ ਦੇ ਪਾਰਟੀਕਲਸ ਹੁੰਦੇ ਆ, ਇੱਕ ਹੁੰਦੇ ਆ ਫਾਈਨ, ਇੱਕ ਹੁੰਦੇ ਆ ਕੋਰਸ। ਜੋ ਇਹ ਵਾਲੀ ਸੋਇਲ ਆ, ਇਸ ਸੋਇਲ ਦੇ ਜਿਹੜੇ ਹੈਗੇ ਆ ਉਹ ਪਾਰਟੀਕਲਸ ਹੁੰਦੇ ਆ, ਕੋਰਸ ਪਾਰਟੀਕਲਸ ਹੁੰਦੇ ਆ, ਔਰ ਕੋਰਸ ਪਾਰਟੀਕਲਸ ਆ ਡਿਪੋਜ਼ਿਟ ਹੋ ਜਾਂਦੇ ਆ। ਉਹ ਜੋ ਡਿਪੋਜ਼ਿਟ ਹੋਣ ਤੋਂ ਬਾਅਦ ਡਿਊਨ ਬਣਾਉਂਦੇ ਆ। ਓਕੇ, ਐਲੂਵੀਅਲ ਸੋਇਲ ਜਿਹੜੀ ਹੁੰਦੀ ਆ ਟਰਾਂਸਪੋਰਟਡ ਬਾਈ ਰਨਿੰਗ ਵਾਟਰ। ਜਦੋਂ ਰਨਿੰਗ ਵਾਟਰ ਦੇ ਨਾਲ ਜਿਹੜੀ ਸੋਇਲ ਆਵੇ ਉਹਨੂੰ ਕਹਿ ਦਿੰਦੇ ਆ ਐਲੂਵੀਅਲ ਸੋਇਲ। ਮਰੀਨ ਸੋਇਲ, ਇਟ ਇਜ਼ ਡਿਪੋਜ਼ਿਟਡ ਬਾਈ ਸੀ ਵਾਟਰ। ਜਿਹੜੀ ਸੀ ਵਾਟਰ ਦੇ ਦੁਆਰਾ ਡਿਪੋਜ਼ਿਟ ਹੋ ਕੇ ਆਈ ਉਹਨੂੰ ਕਹਿੰਦੇ ਆ ਮਰੀਨ ਸੋਇਲ। ਨੈਕਸਟ ਇਜ਼ ਲੈਕਸਟਰੀਅਨ ਸੋਇਲ। ਜੋ ਸੋਇਲ ਲੇਕਸ ਦੇ ਦੁਆਰਾ ਡਿਪੋਜ਼ਿਟ ਹੋ ਕੇ ਆਈ ਆ ਉਹਨੂੰ ਕਹਿ ਦਾਂਗੇ ਲੈਕਸਟਰੀਅਨ ਸੋਇਲ। ਇਹ ਇੱਕ ਲਾਈਨ ਇਹਨਾਂ ਤੋਂ ਕੁਐਸਚਨ ਬਣਦਾ, ਸਾਨੂੰ ਕਹਿ ਦੇਣਗੇ ਮਰੀਨ ਸੋਇਲ ਕਿਹੜੀ ਹੁੰਦੀ ਹੈ, ਲੈਕਸਟਰੀਅਨ ਸੋਇਲ ਕਿਹੜੀ ਹੁੰਦੀ ਹੈ, ਐਲੂਵੀਅਲ ਸੋਇਲ ਕਿਹੜੀ ਹੁੰਦੀ ਹੈ। ਇਹਨਾਂ ਸਾਰੇ ਤੁਹਾਡੇ ਲਈ ਇੰਪੋਰਟੈਂਟ। ਠੀਕ ਹੈ, ਨੈਕਸਟ ਕਹਿੰਦੇ ਬਲੈਕ ਕਾਟਨ ਸੋਇਲ ਆਪਸ਼ਨਸ ਆ contains large percentage of clay material, exhibits high compressibility, ਜਾਂ ਫਿਰ both A and B, ਜਾਂ only B is true। ਠੀਕ ਹੈ, ਪਹਿਲਾਂ ਦੇਖ ਲੈਂਦੇ ਹਾਂ ਬਲੈਕ ਕਾਟਨ ਸੋਇਲ ਹੁੰਦੀ ਕਿਹੜੀ ਹੈ। ਬਲੈਕ ਕਾਟਨ ਸੋਇਲ ਇਜ਼ ਅ residual deposits formed from basalt or trap। ਕਿੱਥੋਂ ਬਣਦੀ ਹੈ ਇਹ? ਬਸਾਲਟ ਐਂਡ ਟਰੈਪ ਰੋਕਸ ਤੋਂ ਬਣਦੀ ਹੈ। ਇਟ ਇਜ਼ ਸੁਟੇਬਲ ਫੋਰ ਗਰੋਇੰਗ ਕੋਟਨ। ਇਹ ਕਾਫੀ ਇੰਪੋਰਟੈਂਟ ਆ ਕਿ ਕੁਐਸਚਨ ਵੀ ਆ ਸਕਦਾ ਕਿ ਗਰੋਇੰਗ ਕੋਟਨਸ ਦੇ ਲਈ ਕਿਹੜੀ ਸੋਇਲ ਜਿਹੜੀ ਆ ਉਹ ਸੁਟੇਬਲ। ਤੁਸੀਂ ਕਹੋਗੇ ਬਲੈਕ ਕਾਟਨ ਸੋਇਲ। ਬਲੈਕ ਕਾਟਨ ਸੋਇਲਸ ਆਰ ਕਲੇ ਆਫ ਹਾਈ ਪਲਾਸਟਿਸਿਟੀ। ਇਹਨਾਂ ਦੇ ਵਿੱਚ ਹਾਈ ਪਲਾਸਟਿਸਿਟੀ ਹੁੰਦੀ ਹੈ। ਠੀਕ ਹੈ, ਦਿਸ ਕੰਟੇਨ ਦਾ ਮਿਨਰਲ ਮੌਂਟ ਮਰੀਲੋਨਾਈਟ। ਵਟ ਇਜ਼ ਮੌਂਟ ਮਰੀਲੋਨਾਈਟ? ਮੌਂਟ ਮਰੀਲੋਨਾਈਟ ਇਜ਼ ਇੱਦਾਂ ਦੀ ਪ੍ਰੋਪਰਟੀ ਆ ਜਿਹੜੀ ਕਿ ਜਦੋਂ ਅਸੀਂ ਸੋਇਲ ਦੇ ਵਿੱਚ ਪਾਣੀ ਪਾਉਂਦੇ ਹਾਂ ਉਹਦੇ ਵਿੱਚ
ਸਵੈਲਿੰਗ ਆ ਜਾਂਦੀ ਹੈ। ਜਦੋਂ ਪਾਣੀ ਨਿਕਲ ਜਾਏ ਉਸ ਟਾਈਮ ਉਹ ਬਿਲਕੁਲ ਸੁੰਗੜ ਜਾਏ, ਉਸ ਪ੍ਰੋਪਰਟੀ ਨੂੰ ਕਹਿੰਦੇ ਆ ਮੋਂਟ ਮਰੀਲੋਨਾਈਟ। ਦ ਸੋਇਲਸ have high shrinkage swelling and swelling characteristics। ਉਹੀ ਚੀਜ਼ ਜੋ ਮੈਂ ਹੁਣੇ 'ਚ ਬੋਲੀ। the shear strength of the soil is extremely low। the soil is highly compressible and have very low bearing capacity। bearing capacity low ਹੋਣ ਦਾ ਕੀ ਮਤਲਬ ਆ ਕਿ ਬਲੈਕ ਕੋਟਨ ਸੋਇਲ ਦੇ ਉੱਤੇ ਕੋਈ ਵੀ ਤੁਸੀਂ ਸਟਰਕਚਰ ਨਹੀਂ ਬਣਾ ਪਾਓਗੇ, ਠੀਕ ਆ। ਇਹਦਾ ਮਤਲਬ ਹੁੰਦਾ ਹੈ ਕਿ ਉਹਦੀ ਬੇਅਰਿੰਗ ਕਪੈਸਿਟੀ ਘੱਟ ਹੈ। ਸੋ ਸਾਡਾ ਆਨਸਰ ਕੀ ਆਊਗਾ? ਸਾਡਾ ਆਨਸਰ ਇਸ ਕੁਐਸਚਨ ਦਾ ਆਊਗਾ ਬੋਥ A ਐਂਡ B। ਮਤਲਬ ਇਹਦੀ ਪਰਸੈਂਟੇਜ ਜਿਹੜੀ ਲਾਰਜ ਆਫ ਕਲੇ ਮਟੀਰੀਅਲਸ ਦਾ ਕਿਉਂ ਹੈ? ਕਿਉਂਕਿ ਕਲੇ ਮਟੀਰੀਅਲਸ ਵਿੱਚ ਪਲਾਸਟਿਸਿਟੀ ਜ਼ਿਆਦਾ ਹੁੰਦੀ ਹੈ, ਐਗਜ਼ੀਬਿਟਸ ਹਾਈ ਕੰਪਰੈਸਿਬਿਲਿਟੀ, ਠੀਕ ਹੈ। ਸੋ ਇਹਦੇ ਵਿੱਚ ਵੀ ਸੇਮ ਹੀ ਹੈ, ਸਾਡਾ ਆਨਸਰ ਆ ਜਾਊਗਾ ਫਿਰ ਇੱਥੇ C, both A and B। next, soils resulting from disintegration of rocks and still may stay at the place of formation are known as। options are drift, residual soil, alluvial soil ਜਾਂ ਫਿਰ colluvial soil। residual soil ਕਿਹੜੀ soil ਹੁੰਦੀ ਆ? residual soils are those soils ਜੋ ਕਿ ਆਪਣੀ origin of place of origin ਦੇ ਉੱਤੇ ਹੀ ਰਵੇ, ਉੱਥੋਂ ਜਾਵੇ ਨਾ। ਜੋ ਵੀ ਉਹਦੀ ਪੇਰੈਂਟ ਰੋਕ ਆ ਉੱਥੇ ਹੀ ਰਵੇ, ਉੱਥੇ ਹੀ ਸੈੱਟ ਹੋ ਜਾਵੇ, ਟੁੱਟਣ ਤੋਂ ਬਾਅਦ ਰੋਕਸ ਤੋਂ ਟੁੱਟੀ ਔਰ ਉੱਥੇ ਹੀ ਸੈੱਟ ਹੋ, ਉਹ ਕਿਹੜੀ ਹੋਊਗੀ? ਉਹ ਹੋਊਗੀ ਰੈਜ਼ੀਡੂਅਲ ਸੋਇਲ। ਔਰ ਸਾਨੂੰ ਪੁੱਛਿਆ ਵੀ ਇਹੀ ਕਿਹਾ, ਕਹਿੰਦੇ ਸੋਇਲਸ ਰਿਜ਼ਲਟਿੰਗ ਫਰੋਮ ਡਿਸਇੰਟੀਗ੍ਰੇਸ਼ਨ ਆਫ ਰੋਕਸ ਤੋਂ ਟੁੱਟੀ, ਡਿਸਇੰਟੀਗ੍ਰੇਟ ਹੋਇਆ ਐਂਡ ਸਟਿਲ ਮੇ ਸਟੇ ਐਟ ਦਾ, ਉੱਥੇ ਹੀ ਰਹੀ ਐਟ ਦਾ ਪਲੇਸ ਆਫ ਫੋਰਮੇਸ਼ਨ, ਉਹ ਜਿੱਥੋਂ ਉਹ ਬਣੀ ਸੀਗੀ ਉੱਥੇ ਹੀ ਰਹੀ। ਉਸ ਇੱਦਾਂ ਦੀ ਸੋਇਲ ਨੂੰ ਅਸੀਂ ਕੀ ਕਹਿੰਦੇ ਹਾਂ? ਰੈਜ਼ੀਡੂਅਲ ਸੋਇਲਸ, ਠੀਕ ਹੈ। ਦੇਖ ਲਓ, ਕਹਿੰਦੇ if the soil stays at the place of its formation just above the parent rock ਜਿੱਥੋਂ ਬਣੀ, then it is known as the residual soil। when the soil has been deposited at a place away from the place of origin, then it is known as transported soil। ਜਿਹੜੀ ਸੋਇਲ ਆਪਣੀ ਪਲੇਸ ਆਫ ਓਰੀਜਨ ਨੂੰ ਛੱਡ ਕੇ ਦੂਸਰੀ ਜਗ੍ਹਾ ਚਲੇ ਜਾਏ, ਸ਼ਿਫਟ ਕਰ ਜਾਏ, ਉਹਨੂੰ ਕਹਿੰਦੇ ਆ ਟਰਾਂਸਪੋਰਟਡ ਸੋਇਲ। next, move to the next question। planting trees would reduce pollution by sediments and will also prevent। planting trees ਜਿਹੜਾ ਹੈਗਾ ਇੱਕ ਤਾਂ ਰਿਡਿਊਸ ਕਰਦਾ ਪੋਲਿਊਸ਼ਨਸ ਨੂੰ, will also prevent, ਹੋਰ ਕੀ ਪ੍ਰੀਵੈਂਟ ਕਰਦਾ? ਹੋਰ ਪ੍ਰੀਵੈਂਟ ਕੀ? ਉਹ ਸੋਇਲ ਸੈਟਲਮੈਂਟ ਪ੍ਰੀਵੈਂਟ ਕਰਦਾ, ਕੀ ਉਹ ਕੰਸੋਲੀਡੇਸ਼ਨ ਪ੍ਰੀਵੈਂਟ ਕਰਦਾ, ਕੀ ਉਹ ਸੋਇਲ ਇਰੋਜ਼ਨ ਕਰਦਾ, ਕੀ ਉਹ ਪੋਪੂਲੇਸ਼ਨ ਕਰਦਾ? ਐਗਜ਼ੈਕਟਲੀ ਸੋਇਲ ਇਰੋਜ਼ਨ। soil erosion is the right answer, ਠੀਕ ਹੈ। plants soil erosion ਨੂੰ ਰੋਕਦਾ ਆ, ਮਿੱਟੀ ਨੂੰ ਆਪਣੀਆਂ ਜੜ੍ਹਾਂ ਦੇ ਵਿੱਚ ਫੜ ਕੇ ਰੱਖਦਾ ਆ, ਮਿੱਟੀ ਨੂੰ ਖਿਸਕਣ ਨਹੀਂ ਦਿੰਦਾ, ਉਹਨੂੰ ਅਸੀਂ ਕਹਿੰਦੇ ਹਾਂ soil erosion। soil erosion is the detachment, ਇੱਕ ਜਗ੍ਹਾ ਤੋਂ ਡਿਟੈਚ ਹੋਣਾ, ਟਰਾਂਸਪੋਰਟ ਹੋਣਾ ਐਂਡ ਡਿਪੋਜੀਸ਼ਨ ਆਫ soil particles on land surface, it is called as loss of soil ਵੀ ਅਸੀਂ ਕਹਿ ਦਿੰਦੇ ਇਹਨੂੰ। ਵੇਰੀਅਸ ਮੈਥਡਸ ਫॉर ਪ੍ਰੀਵੈਂਟਿੰਗ, ਬਹੁਤ ਸਾਰੇ ਮੈਥਡ ਨੇ ਰੋਕਣ ਦੇ, ਰਿਡਿਊਸ ਕਰਨ ਦੇ ਸੋਇਲ ਇਰੋਜ਼ਨ ਨੂੰ। ਉਹ ਕਿਹੜੇ ਕਿਹੜੇ ਹੈਗੇ ਆ ਦੇਖ ਲੈਂਦੇ ਹਾਂ ਆਪਾਂ। ਇੱਕ ਆ ਪਲਾਂਟੇਸ਼ਨ ਆਫ ਟਰੀਜ਼ ਐਂਡ ਪਲਾਂਟਸ, ਠੀਕ ਆ, ਪਲਾਂਟ ਲਗਾਉਣੇ, ਟਰੀਜ਼ ਲਗਾਉਣੇ। ਪ੍ਰੀਵੈਂਸ਼ਨ ਆਫ डिफोरेस्टेशन, प्रिवेंटिंग एक्सेसिव ग्रेजिंग। ओके, नैक्सट क्वेश्चन। इस क्वेश्चन ਨੂੰ ਪੜ੍ਹਨ ਦੇ ਐਗਜ਼ਾਮੀਨਰ ਦੇ ਅਲੱਗ-ਅਲੱਗ ਤਰੀਕੇ ਹੋ ਸਕਦੇ ਆ, ਅਲੱਗ-ਅਲੱਗ ਵੇ ਹੋ ਸਕਦੇ ਆ। ਅਸੀਂ ਦੇਖਦੇ ਹਾਂ ਔਰ ਦੇਖੋ ਕਿੰਨੇ ਐਗਜ਼ਾਮਸ ਦੇ ਵਿੱਚ ਆਇਆ ਹੋਇਆ। ਦ ਇਨਵੈਂਟਰ ਆਫ ਦੀ ਟਰਮ ਸੋਇਲ ਮਕੈਨਿਕਸ ਵਾਜ਼ ਮਿਜ਼ੋਰਮ, ਯਾਨੀ ਕਿ ਸੋਇਲ ਮਕੈਨਿਕਸ ਵਾਜ਼ ਮਿਜ਼ੋਰਮ PSSC 'ਚ ਆਇਆ ਹੋਇਆ ਇਹ ਪੇਪਰ। ਕਹਿੰਦੇ ਦ ਇਨਵੈਂਟਰ ਆਫ ਦੀ ਟਰਮ ਸੋਇਲ ਮਕੈਨਿਕਸ ਦਾ ਇਨਵੈਂਟਰ ਕੌਣ ਰਿਹਾ? ਜਾਂ ਕੁਐਸਚਨ ਪੁੱਛ ਸਕਦੇ ਆ ਵਿਚ ਸਾਇੰਟਿਸਟ ਇਜ਼ ਐਸੋਸੀਏਟਡ ਵਿਦ ਥਿਊਰੀ ਇਨ ਸੋਇਲ ਮਕੈਨਿਕਸ, ਜਾਂ ਕੁਐਸਚਨ ਆ ਸਕਦਾ ਦ ਫਾਦਰ ਆਫ ਦ ਸੋਇਲ ਮਕੈਨਿਕਸ ਇਜ਼, ਕਿਹੜਾ ਆਊਗਾ? ਕਾਰਲ ਤਰਜ਼ਾਗੀ, ਜਾਂ ਫਿਰ ਫੈਲੀਨੀਅਸ, ਜਾਂ ਫਿਰ ਹੈਂਕਲ, ਜਾਂ ਫਿਰ ਕਰੇ, ਜਾਂ ਫਿਰ ਕਾਰਲ ਤਰਜ਼ਾਗੀ। ਅਗਰ ਕਿਸੇ ਨੇ
ਪਹਿਲਾਂ ਸੋਇਲ ਪੜ੍ਹੀ ਹੋਵੇ ਔਰ ਜਦੋਂ ਕਾਲਜਸ ਵਿੱਚ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਸਾਡੇ ਟੀਚਰਸ ਨੇ ਸਾਨੂੰ ਇਹੀ ਦੱਸਿਆ ਸੀਗਾ ਕਿ ਕਾਰਲ ਤਰਜ਼ਾਗੀ ਨਾਮ ਦਾ ਇੱਕ ਸਾਇੰਟਿਸਟ ਸੀਗਾ ਜਿਹਨੇ ਸੋਇਲ ਦੇ ਉੱਤੇ ਥਿਊਰੀ ਦਿੱਤੀ ਸੀ। ਫਿਰ ਵੀ ਇੱਕ ਵਾਰੀ ਦੀ ਐਕਸਪਲੇਨੇਸ਼ਨ ਪੜ੍ਹ ਲੈਂਦੇ ਹਾਂ। According to Terzaghi, 1948, soil mechanics is the application of the laws mechanics and hydraulics to engineering problems dealing with sediments and other consolidated accumulations or solid particles by mechanical and chemical disintegration of rocks regardless of whether or not they contain any admixture or organic constituents. Alright, next question. Next question is, which of these is a stiff marine? Calcareous clay of greenish color. ਇਹਨਾਂ ਵਿੱਚੋਂ ਕਿਹੜਾ ਆ ਜਿਹੜਾ ਮਰੀਨ ਕੈਲਕੇਰੀਅਸ ਕਲੇ ਆਫ ਗ੍ਰੀਨਿਸ਼ ਕਲਰ ਸ਼ੋ ਕਰਦਾ? ਦੇਖਦੇ ਹਾਂ। ਆਂਸਰ ਇਜ਼ ਸੀ, ਮਾਰਲ। ਮਾਰਲ ਕੀ ਹੈਗਾ? ਇਟ ਇਜ਼ ਅ ਸਟਿਫ ਮਰੀਨ ਕੈਲਕੇਰੀਅਸ ਕਲੇ ਗ੍ਰੀਨਿਸ਼ ਕਲਰ। ਠੀਕ ਆ, ਇਹਨੂੰ ਤੁਸੀਂ ਇੱਦਾਂ ਹੀ ਯਾਦ ਕਰਨਾ ਹੈਗਾ। ਪੀਟ ਕੀ ਹੁੰਦਾ? ਆਪਸ਼ਨਸ ਦੇ ਵਿੱਚ ਸਾਡੇ ਕੋਲ ਪੀਟ ਵੀ ਪਿਆ ਹੋਇਆ। ਇਟ ਇਜ਼ ਅ ਔਰਗੈਨਿਕ ਸੋਇਲ। ਔਰਗੈਨਿਕ ਸੋਇਲ ਕਿਹੜੀ ਸੋਇਲ ਹੁੰਦੀ ਹੈ? ਜਿਹਦੇ ਵਿੱਚ ਆਪਣੇ ਕੁਛ ਵੈਜੀਟੇਸ਼ਨ, ਵੈਜੀਟੇਬਲਸ ਵਗੈਰਾ ਡਿਕੰਪੋਜ਼ਡ ਵਗੈਰਾ ਹੋਏ ਹੋਣ, with a fibrous aggregate formed from vegetable matters in excess moisture, highly compressible। ਮਤਲਬ ਵੈਜੀਟੇਬਲ ਮੈਟਰਸ ਦੇ ਵਿੱਚ ਐਕਸੈਸਿਵ ਮੋਇਸਚਰ ਹੋਣ ਦੇ ਨਾਲ ਜਿਹੜੀ ਸੋਇਲ ਪ੍ਰੀਪੇਅਰ ਹੋਈ ਉਹਨੂੰ ਅਸੀਂ ਕਹਿ ਦਿੰਦੇ ਹਾਂ ਔਰਗੈਨਿਕ ਸੋਇਲ, ਔਰ ਇਹ ਹਾਈਲੀ ਕੰਪਰੈਸੀਬਲ ਹੁੰਦੀ ਹੈ। ਮੱਕ ਕੀ ਹੁੰਦਾ? ਮਿਕਸਚਰ ਆਫ ਫਾਈਨ ਪਾਰਟੀਕਲਸ ਇਨ ਔਰਗੈਨਿਕ ਸੋਇਲ ਐਂਡ ਬਲੈਕ ਡੀਕੰਪੋਜ਼ਡ ਔਰ ਔਰਗੈਨਿਕ ਮੈਟਰ। ਠੀਕ ਹੈ, ਇਹਨਾਂ ਸਾਰਿਆਂ ਨੂੰ ਕਹਾਂਗੇ ਅਸੀਂ ਮੱਕ। ਪੀਟ ਦੇ ਵਿੱਚ ਔਰਗੈਨਿਕ ਸੋਇਲ, ਇਹਦੇ ਵਿੱਚ ਡੀਕੰਪੋਜ਼ਡ ਔਰਗੈਨਿਕ ਮੈਟਰ, ਜੋ ਔਰਗੈਨਿਕ ਮੈਟਰ ਡੀਕੰਪੋਜ਼ਡ ਹੋ ਗਿਆ ਹੋਊਗਾ ਉਹ ਹੋ ਜਾਊਗਾ, ਔਰ ਇਨਔਰਗੈਨਿਕ ਸੋਇਲ ਹੋ ਰਹੀ ਹੋਊਗੀ, ਔਰ ਬਲੈਕ, ਉਹ ਬਿਲਕੁਲ ਫਾਈਨ ਪਾਰਟੀਕਲਸ ਹੋਣਗੇ। ਇਹ ਇਹਨਾਂ ਦਾ ਡਿਫਰੈਂਸ ਜਿਹੜਾ ਹੈਗਾ ਇਹਨੂੰ ਖਿਆਲ ਰੱਖਣਾ, ਔਰ ਇਹਦਾ ਆਂਸਰ ਕਿਹੜਾ ਹੋਊਗਾ? ਮੱਕ। ਸੋਰੀ, ਮਾਰਲ। ਇਹਦਾ ਆਂਸਰ ਆਏਗਾ ਮਾਰਲ। ਨੈਕਸਟ ਕੁਐਸਚਨ ਕਹਿੰਦੇ, ਵਿਚ ਆਫ ਦਾ ਫੋਲੋਇੰਗ ਇਜ਼ ਐਨ incorrect process of physical disintegration in regards to the formation of soil। ਇੱਕ ਵਾਰੀ ਦੀ ਐਕਸਪਲੇਨੇਸ਼ਨ ਦੇਖਦੇ ਹਾਂ, ਬਾਕੀ ਸਾਰੇ ਆਪਸ਼ਨਸ ਡਿਸਕਸ ਹੋ ਜੂਗੇ, ਫਿਰ ਤੁਹਾਨੂੰ ਕੁਐਸਚਨ ਦਾ ਜਲਦੀ ਆਈਡੀਆ ਹੋ ਜਾਊਗਾ। ਚਲੋ, soils are formed by either physical process disintegration, ਮਤਲਬ ਫਿਜ਼ੀਕਲ ਡਿਸਇੰਟੀਗ੍ਰੇਸ਼ਨ ਨਾਲ ਵੀ ਹੋ ਸਕਦਾ ਆ, ਔਰ ਕੈਮੀਕਲ ਡਿਸਇੰਟੀਗ੍ਰੇਸ਼ਨ ਦੇ ਨਾਲ ਵੀ ਹੋ ਸਕਦਾ। ਦੋਨੋਂ ਤਰੀਕੇ ਦੇ ਨਾਲ ਸਾਡੀ ਸੋਇਲ ਟੁੱਟ ਸਕਦੀ ਹੈ। ਫਿਜ਼ੀਕਲ ਡਿਸਇੰਟੀਗ੍ਰੇਸ਼ਨ ਵਾਲੇ ਕਿਹੜੇ ਕਿਹੜੇ ਆ? ਟੈਂਪਰੇਚਰ ਚੇਂਜਸ, ਅਗਰ ਤਾਂ ਕਿਸੇ ਟੈਂਪਰੇਚਰ ਯਾਨੀ ਕਿ ਕੋਈ ਰੋਕ ਆ, ਟੈਂਪਰੇਚਰ ਚੇਂਜ ਹੋਇਆ ਉਹਦੇ ਨਾਲ ਸੋਇਲ ਡੀਕੰਪੋਜ਼ਡ ਹੋਈ, ਜਾਂ ਡਿਸਇੰਟੀਗ੍ਰੇਸ਼ਨ ਹੋਈ, ਉਹਨੂੰ ਅਸੀਂ ਟੈਂਪਰੇਚਰ ਚੇਂਜਸ ਕਹਾਂਗੇ। ਹੋ ਸਕਦਾ ਵੈਜਿੰਗ ਐਕਸ਼ਨ ਆਫ ਆਈਸ, ਯਾਨੀ ਕਿ ਜਿਵੇਂ ਗਲੇਸ਼ੀਅਰਸ ਦੇ ਉੱਤੇ ਆਈਸ ਜੰਮੀ ਰਹਿੰਦੀ ਆ, ਇਸ ਤਰੀਕੇ ਦੇ ਨਾਲ ਜਿਹੜੀ ਸੋਇਲ ਬਣੀ ਉਹਨੂੰ ਫਿਜ਼ੀਕਲ ਡਿਸਇੰਟੀਗ੍ਰੇਸ਼ਨ ਕਹਾਂਗੇ। ਜਾਂ ਫਿਰ ਸਪਰੈਡਿੰਗ ਆਫ ਰੂਟਸ ਆਫ ਪਲਾਂਟਸ ਦੇ ਰੂਟਸ ਤੋਂ ਸੋਇਲ ਇੱਧਰ ਉੱਧਰ ਜਾ ਕੇ ਬਣ ਰਹੀ ਆ, ਉਹਨੂੰ ਕਹਿ ਦਾਂਗੇ ਫਿਜ਼ੀਕਲ ਡਿਸਇੰਟੀਗ੍ਰੇਸ਼ਨ। ਜਾਂ ਫਿਰ ਅਬਰੈਜਨ। ਇਹ ਸਾਰੇ ਜਿਹੜੇ ਮੈਥਡਸ ਆ ਇਹ ਸਾਰੇ ਫਿਜ਼ੀਕਲ ਡਿਸਇੰਟੀਗ੍ਰੇਸ਼ਨ ਦੇ। ਜੋ ਕੈਮੀਕਲ ਡਿਸਇੰਟੀਗ੍ਰੇਸ਼ਨ ਆ ਉਹਦੇ ਵਿੱਚ ਹਾਈਡਰੇਸ਼ਨ ਹੋ ਜਾਊਗੀ, ਕਾਰਬੋਨੇਸ਼ਨ ਹੋ ਸਕਦਾ, ਸੋਲਿਊਸ਼ਨ ਹੋ ਸਕਦਾ, ਆਕਸੀਡੇਸ਼ਨ ਜਾਂ ਹਾਈਡਰੋਲਿਸਿਸ ਹੋ ਸਕਦੇ। ਇਹ ਸਾਰੀਆਂ ਐਗਜ਼ਾਮਪਲਸ ਹੈਗੀਆਂ ਕੈਮੀਕਲ ਡਿਸਇੰਟੀਗ੍ਰੇਸ਼ਨ ਦੀ। ਸੋ ਇੱਥੇ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਹੁਣ ਸਾਡਾ ਆਂਸਰ ਕਿਹੜਾ ਆਊਗਾ। ਉਹਨਾਂ ਨੇ ਪੁੱਛਿਆ ਕਿਹੜਾ ਇਹਨਾਂ 'ਚੋਂ ਇਨਕੋਰੈਕਟ ਆ ਫਿਜ਼ੀਕਲ ਡਿਸਇੰਟੀਗ੍ਰੇਸ਼ਨ ਦੇ ਲਈ। ਅਸੀਂ ਦੇਖਿਆ ਸੀਗਾ ਵੈਜਿੰਗ ਐਕਸ਼ਨ ਆਫ ਆਈਸ ਜਿਹੜਾ ਹੈਗਾ ਉਹ ਫਿਜ਼ੀਕਲ ਡਿਸਇੰਟੀਗ੍ਰੇਸ਼ਨ ਦਾ ਸੀਗਾ। ਸਪਰੈਡਿੰਗ ਆਫ ਰੂਟਸ ਆਫ ਪਲਾਂਟਸ ਜਿਹੜਾ ਸੀਗਾ ਉਹ ਵੀ ਕਿਹਦਾ ਸੀਗਾ? ਫਿਜ਼ੀਕਲ ਡਿਸਇੰਟੀਗ੍ਰੇਸ਼ਨ ਦਾ ਸੀਗਾ। ਕਿ ਸੋਇਲ ਸੀਗਾ? ਨਹੀਂ, ਸੋਇਲ ਨਹੀਂ ਸੀਗਾ, ਸੋਲਿਊਸ਼ਨ ਨਹੀਂ ਸੀਗਾ। ਅਬਰੈਜਨ ਇਹ ਵੀ ਫਿਜ਼ੀਕਲ ਡਿਸਇੰਟੀਗ੍ਰੇਸ਼ਨ ਦਾ ਹੀ ਸੀਗਾ। ਸੋ ਹੇਅਰ ਇਜ਼ ਦਾ ਆਂਸਰ ਇਜ਼ ਸੋਲਿਊਸ਼ਨ। ਜੋ ਸੋਲਿਊਸ਼ਨ ਹੈ ਇਹ ਕਾਹਦੀ ਐਗਜ਼ਾਮਪਲ ਸੀਗੀ? ਇਹ ਕੈਮੀਕਲ ਡਿਸਇੰਟੀਗ੍ਰੇਸ਼ਨ ਦੀ। ਸੋ ਇੱਥੇ ਸਾਡਾ ਆਂਸਰ ਕੀ ਆ ਜਾਊਗਾ? ਸੋਲਿਊਸ਼ਨ। ਠੀਕ ਆ, ਇਸੇ ਕਰ ਚੁੱਕੇ ਹਾਂ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਕਹਿੰਦੇ ਡਿਪੋਜ਼ਿਟਸ ਡਾਇਰੈਕਟਲੀ ਬਾਏ ਦਾ ਮੈਲਟਿੰਗ ਗਲੇਸ਼ੀਅਰਸ ਆਰ ਨੋਨ ਐਸ। ਜਿਹੜੇ ਗਲੇਸ਼ੀਅਰਸ
ਮੈਲਟ ਕਰਦੇ ਆ ਡਾਇਰੈਕਟਲੀ ਫਰੋਮ ਦੀ ਗਲੇਸ਼ੀਅਰਸ। ਓਕੇ, ਸੋ ਸਾਡਾ ਆਨਸਰ ਕੀ ਆਊਗਾ ਇਹਨਾਂ ਦੇ ਵਿੱਚੋਂ? ਟਿਲ। ਟਿਲ ਇਜ਼ ਦੀ ਆਨਸਰ, ਜੋ ਕਿ ਡਾਇਰੈਕਟਲੀ ਕਿਤੋਂ ਟਰਾਂਸਪੋਰਟ ਕਰਦੇ ਹੈਗੇ ਆ, ਡਿਪੋਜ਼ਿਟ ਕਰਦੇ ਆ ਗਲੇਸ਼ੀਅਰਸ ਤੋਂ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਟਿਲ ਕਹਿੰਦੇ ਆ। ਇਹਨਾਂ ਦੀ ਐਕਸਪਲੇਨੇਸ਼ਨ ਪੜ੍ਹ ਲੈਂਦੇ ਹਾਂ, ਔਰ ਆਪਸ਼ਨਸ ਨੂੰ ਵੀ ਇੱਕ ਵਾਰੀ ਪੜ੍ਹ ਲੈਂਦੇ ਹਾਂ। ਕਦੇ ਵੀ ਆਪਸ਼ਨਸ ਜਿਹੜੀਆਂ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਕਰਨ ਦਾ ਕੀ ਮਤਲਬ ਹੈਗਾ, ਕਿਉਂ ਅਸੀਂ ਉਹ ਚੀਜ਼ ਕਰ ਰਹੇ ਹਾਂ, ਕਿਉਂਕਿ ਆਪਸ਼ਨਸ ਵੀ ਇੰਪੋਰਟੈਂਟ ਹੋ ਜਾਂਦੀਆਂ। ਤੁਸੀਂ ਦੇਖੋ 4 ਆਪਸ਼ਨ ਦਿੱਤੇ ਆ, ਇੱਕ ਤਾਂ ਉਹਦਾ ਆਨਸਰ ਹੋਊਗਾ। ਜਦੋਂ ਅਸੀਂ ਬਾਕੀਆਂ ਨੂੰ ਵੀ ਪੜ੍ਹ ਲੈਂਦੇ ਹਾਂ, ਸਾਡੇ 3 ਕੁਐਸਚਨ, ਇੱਕ ਕੁਐਸਚਨ ਦੇ ਵਿੱਚ ਹੀ ਅਲੱਗ ਤੋਂ 3 ਕੁਐਸਚਨ ਹੋਰ ਪ੍ਰਿਪੇਅਰ ਹੋ ਜਾਂਦੇ, ਯਾਨੀ ਕਿ ਟੋਟਲ ਸਾਡੇ ਕੋਲ 4 ਕੁਐਸਚਨ ਬਣ ਕੇ ਰੈਡੀ ਹੋ ਜਾਂਦੇ। ਸੋ ਈਜ਼ੀ ਹੀ ਹੋ ਜਾਂਦਾ, ਸਾਡੀ ਪ੍ਰੈਪਰੇਸ਼ਨ ਹੋਰ ਬੂਸਟ ਅਪ ਹੋ ਜਾਂਦੀ। ਠੀਕ ਹੈ, ਚਲੋ। ਗਲੇਸ਼ੀਅਲ ਡਿਪੋਜ਼ਿਟ ਸੋਇਲ ਇਜ਼ ਕੋਲਡ ਟਿਲ। ਓਕੇ, ਗਲੇਸ਼ੀਅਲ ਟਿਲ ਕੀ ਹੁੰਦਾ? ਗਲੇਸ਼ੀਅਲ ਟਿਲ ਇਜ਼ ਅ boulder clay, typically a mixture of boulders, gravel, sand, silt, and clay deposited by glaciers and not transported or segregated by water। ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਗਲੇਸ਼ੀਅਲ ਟਿਲ। ਠੀਕ ਆ, ਇਹਦੇ ਵਿੱਚ ਬੋਲਡਰਸ ਹੁੰਦੇ ਆ, ਗ੍ਰੈਵਲਸ ਹੁੰਦੇ ਆ, ਸੈਂਡ ਹੁੰਦੀ ਆ, ਸਿਲਟ ਹੁੰਦੀ ਆ, ਕਲੇ ਹੁੰਦੀ। ਠੀਕ ਆ, ਇਹ ਨੋ ਟਰਾਂਸਪੋਰਟ ਨਹੀਂ ਹੋ ਸਕਦੀ ਪਾਣੀ ਦੇ ਦੁਆਰਾ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਗਲੇਸ਼ੀਅਲ ਟਿਲ। ਲੋਇਸ ਕਿਹੜੇ ਹੁੰਦੇ? ਅ ਲੂਜ਼ ਡਿਪੋਜ਼ਿਟ ਆਫ ਵਿੰਡ blown silt that has been weakly cemented with calcium carbonate and montmorillonite। ਤੁਹਾਨੂੰ ਪਿੱਛੇ ਦੱਸਿਆ ਸੀ montmorillonite ਕਿਹੜੀ ਹੁੰਦੀ ਹੈ? ਲੂਜ਼ ਡਿਪੋਜ਼ਿਟ ਹੁੰਦੀ ਹੈ, ਵਿੰਡ ਬਲੋਨ ਸਿਲਟ ਹੁੰਦੀ ਹੈ, ਜਿਹੜੀ ਕਿ ਵੀਕਲੀ ਸੀਮੈਂਟਡ ਹੋ ਜਾਂਦੀ, ਕਿਹਦੇ ਨਾਲ? ਵਿਦ ਕੈਲਸ਼ੀਅਮ ਕਾਰਬੋਨੇਟ ਐਂਡ montmorillonite। ਲੋਇਸ ਇਜ਼ ਫਾਰਮਡ ਇਨ arid and semi-arid regions and stands in nearly vertical banks। okay, next ਆ ਗਿਆ colluvial soil, the accumulation of rock debris or talus at the base of the stiff cliff or rock escarpment। ਇਹਨੂੰ ਬਸ ਇੱਦਾਂ ਯਾਦ ਕਰ ਲਓ, ਹੋਰ ਕੁਛ ਨਹੀਂ ਹੈਗਾ। ਡ੍ਰਿਫਟ, all sediments of glacial origin are collectively known as glacial drift। ਠੀਕ ਹੈ, ਇਹਨਾਂ ਦੀ ਡੈਫੀਨੇਸ਼ਨ ਸੀਗੀਆਂ, ਬਸ ਇਹਨਾਂ ਨੂੰ ਪੜ੍ਹਨਾ ਸੀਗਾ, ਬਾਰ ਬਾਰ ਪੜ੍ਹੋਗੇ ਸਾਡੇ ਦਿਮਾਗ 'ਚ ਆਪਣੇ ਪੈ ਜਾਂਦਾ। ਯਾਦ ਨਹੀਂ ਕਰਨੀਆਂ ਆਉਂਦੀਆਂ ਚੀਜ਼ਾਂ, ਸਮਝਣੀਆਂ ਆਉਂਦੀਆਂ ਹਮੇਸ਼ਾ। ਅਸੀਂ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਤੇ। ਸੋਇਲ ਕੰਟੇਨਿੰਗ ਔਰਗੈਨਿਕ ਮੈਟਰਸ। ਸੋਇਲ ਕੰਟੇਨ ਕਰਦੇ ਆ ਔਰਗੈਨਿਕ ਮੈਟਰਸ, ਜਾਂ ਫਿਰ ਕੁਐਸਚਨ ਨੂੰ ਹੋਰ ਕਿਸ ਢੰਗ ਨਾਲ ਪਾਇਆ ਜਾ ਸਕਦਾ, ਕਹਿੰਦੇ ਪ੍ਰੈਜ਼ੈਂਸ ਆਫ ਔਰਗੈਨਿਕ ਮੈਟਰ ਇਨ ਸੋਇਲ ਮੇਕਸ ਇਟ। ਜਦੋਂ ਸੋਇਲ ਦੇ ਵਿੱਚ ਔਰਗੈਨਿਕ ਮੈਟਰ ਦੀ ਪ੍ਰੈਜ਼ੈਂਸ ਹੋ ਜਾਂਦੀ ਆ, ਮੌਜੂਦ ਹੁੰਦਾ, ਤਾਂ ਸੋਇਲ ਕਿਸ ਤਰ੍ਹਾਂ ਬਿਹੇਵ ਕਰਦੀ ਹੈ? ਕੁਐਸਚਨ ਇਹ ਪੁੱਛ ਰਿਹਾ ਕਿ ਉਹ ਸਵੈਲ ਕਰ ਜਾਂਦਾ ਐਟ ਲੋ ਮੋਇਸਚਰ ਕੰਟੈਂਟ ਦੇ ਉੱਤੇ, ਜਾਂ ਫਿਰ ਸਪੌਂਜੀ ਕਰ ਜਾਂਦਾ, ਜਾਂ ਫਿਰ ਸ਼ਰਿੰਕ ਵਿਦ ਇਨਕਰੀਜ਼ਿੰਗ ਮੋਇਸਚਰ ਕੰਟੈਂਟ, ਜਾਂ ਫਿਰ ਨਨ ਆਫ ਦੀਸ। ਕਿਹੜਾ ਆਨਸਰ ਆਊਗਾ ਇਹਦੇ ਵਿੱਚੋਂ? ਸੋ ਹੇਅਰ ਆਨਸਰ ਇਜ਼ ਸਪੌਂਜੀ ਇਨ ਨੇਚਰ। ਠੀਕ ਹੈ, ਜਦੋਂ ਸੋਇਲ ਦੇ ਵਿੱਚ ਔਰਗੈਨਿਕ ਮੈਟਰ ਪ੍ਰੈਜ਼ੈਂਸ ਆਊਗਾ, ਉਸ ਟਾਈਮ ਜਿਹੜੀ ਸਾਡੀ ਸੋਇਲ ਆ ਉਹ ਸਪੌਂਜੀ ਕਰੂਗੀ, ਸਪੌਂਜ ਦੀ ਤਰ੍ਹਾਂ ਬਿਹੇਵ ਕਰੂਗੀ। ਠੀਕ ਆ, ਅਸੀਂ ਇਹਦੀ ਐਕਸਪਲੇਨੇਸ਼ਨ ਦੇਖ ਹੀ ਲੈਂਦੇ ਹਾਂ। ਕੋਈ ਲਾਈਨ ਐਕਸਟਰਾ ਸਾਡੀ ਯਾਦ ਕਰਨ ਵਾਲੀ ਹੋਵੇ ਤਾਂ ਅਸੀਂ ਉਹਨੂੰ ਵੀ ਦੇਖ ਲਈਏ। ਕਹਿੰਦੇ ਪ੍ਰੈਜ਼ੈਂਸ ਆਫ ਔਰਗੈਨਿਕ ਮੈਟਰ ਇਨ ਸੋਇਲ ਮੇਕਸ ਇਨ ਸਪੌਂਜੀ ਇਨ ਨੇਚਰ। ਐਗਜ਼ੈਕਟਲੀ, in addition to providing nutrients and habitat to organic living in soil, organic matter also binds soil particles into aggregates and improves the water holding capacity of soil। most soils contains, ਇਹਨੂੰ ਥੋੜ੍ਹਾ ਜਿਹਾ ਯਾਦ ਰੱਖ ਲਿਓ ਕਿ ਜ਼ਿਆਦਾਤਰ ਸੋਇਲਸ ਜਿਹੜੀਆਂ ਹੈਗੀਆਂ 2 ਤੋਂ 10%, 2 to 10% ਔਰਗੈਨਿਕ ਮੈਟਰ ਆਪਣੇ ਵਿੱਚ ਕੰਟੇਨ ਕਰਕੇ ਰੱਖਦਾ। ਠੀਕ ਹੈ, ਇਹਨੂੰ ਯਾਦ ਰੱਖ ਲਿਓ, ਸਮਟਾਈਮ ਕੁਐਸਚਨ ਪੁੱਛ ਸਕਦਾ। Next question is, the soil transported and deposited by a river or a stream are called। देख लो कितना इंपॉर्टेंट क्वेश्चन है कि बार बार पेपर आया हुआ है। The soil transported deposited by a river ਦੇ ਦੁਆਰਾ ਅਗਰ ਟਰਾਂਸਪੋਰਟ ਹੋਈ ਹੈ, ਉਹਨੂੰ ਅਸੀਂ ਕੀ ਕਹਾਂਗੇ? ਉਹਨੂੰ ਕਹਾਂਗੇ ਅਸੀਂ ਕਿ ਐਓਲੀਅਨ ਸੋਇਲ ਕਹਾਂਗੇ। ਐਓਲੀਅਨ ਸੋਇਲ ਕਿਹੜੀ ਸੋਇਲ ਸੀਗੀ? ਜੋ ਕਿ ਏਅਰ ਤੋਂ ਟਰਾਂਸਪੋਰਟ ਹੋਈ ਸੀ। ਲੈਕਸਟਰੀਅਨ ਸੋਇਲ ਕਿਹੜੀ ਸੀਗੀ? ਜਿਹੜੀ ਲੇਕਸ ਤੋਂ ਟਰਾਂਸਪੋਰਟ ਸੀ। ਮਰੀਨ ਸੋਇਲ ਕਿਹੜੀ ਸੀਗੀ? ਜਿਹੜੀ ਸੀ ਤੋਂ ਟਰਾਂਸਪੋਰਟ ਹੋ ਰਹੀ ਸੀ। ਔਰ ਐਲੂਵੀਅਲ ਸੋਇਲ ਕਿਹੜੀ ਆ? ਜਿਹੜੀ ਕਿ ਵਾਟਰ ਤੋਂ ਟਰਾਂਸਪੋਰਟ ਹੋ ਰਹੀ ਆ ਔਰ ਰਿਵਰ ਤੋਂ ਟਰਾਂਸਪੋਰਟ ਹੋ ਰਹੀ। ਦੈਟ ਮੀਨਸ
here is the answer is B, alluvial soil. alluvial soil ही साडा आंसर है, alluvial soil। चलो चलते हैं नेक्स्ट क्वेश्चन ते, हम सारा कुछ तुहानूं दस ही दित्ता। नेक्स्ट क्वेश्चन की कह रहा कि सोयल डिपोजिट्स इन लेक बैड्स आर नोन एज, ਜਿਹੜੀਆਂ ਲੇਕ ਬੈਡਸ ਹੋਣ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਮਰੀਨ ਸੋਇਲ ਕਿਹੜੀ ਸੀਗੀ ਜਿਹੜੀ ਸੀ ਤੇ ਸੀ ਗਲੇਸ਼ੀਅਲ ਸੋਇਲਸ ਦੱਸਿਆ ਹੋਇਆ, ਐਲੂਵੀਅਲ ਸੋਇਲ ਦੱਸਿਆ ਹੋਇਆ। ਸੋ ਸਾਡਾ ਲੇਕਸ ਵਾਲਾ ਕਿਹੜਾ ਸੀਗਾ? ਲੈਕਸਟਰੀਅਨ ਸੋਇਲ। ਸੋ ਸਾਡਾ ਆਨਸਰ ਕਿਹੜਾ ਆ ਜਾਊਗਾ? ਲੈਕਸਟਰੀਅਨ ਸੋਇਲ। ਨੈਕਸਟ ਚੱਲਦੇ ਹਾਂ ਅਗਲੇ ਕੁਐਸਚਨ ਦੇ ਉੱਤੇ। ਠੀਕ ਆ ਸਾਰਾ ਕੁਝ ਨੈਕਸਟ ਕੁਐਸਚਨ 'ਤੇ ਕਹਿੰਦੇ ਸੋਇਲ ਇਜ਼ ਡਰਾਈਵਡ ਫਰੋਮ ਲੈਟਿਨ ਵਰਡਸ। ਜਿਹੜਾ ਸੋਇਲ ਆ ਉਹ ਲੈਟਿਨ ਵਰਡ ਤੋਂ ਲਿਆ ਗਿਆ। ਕਿਹੜੇ ਵਾਲੇ ਲੈਟਿਨ ਵਰਡ ਤੋਂ ਲਿਆ? ਕੀ ਉਹ ਸੋਨਮ, ਕੀ ਉਹ ਸੋਇਲਾ, ਕੀ ਉਹ ਸੋਲੀਆ ਆ, ਜਾਂ ਨਨ ਆਫ ਦਿਸ? ਕਿਹੜਾ ਦੇਖ ਲੈਂਦੇ ਹਾਂ। ਆਪਸ਼ਨ ਇਜ਼ ਡੀ ਆਪਸ਼ਨ, ਮਤਲਬ ਕਿ ਸਾਡਾ ਨਨ ਆਫ ਦਿਸ। ਨਨ ਆਫ ਦਿਸ ਦੇ ਵਿੱਚ ਤੁਸੀਂ ਦੇਖੋ ਨਾ ਸਾਡੇ ਕੋਲ ਸੋਨਮ ਆ, ਨਾ ਸਾਡੇ ਕੋਲ ਸੋਲੀਆ ਹੈ, ਨਾ ਸਾਡੇ ਕੋਲ ਸੋਇਲਾ। ਸੋ ਸਾਡਾ ਆਨਸਰ ਕਿਹੜਾ ਆਊਗਾ? ਡੀ। ਅਤੇ ਫਿਰ ਆਊਗਾ ਕਿਹੜਾ ਉਹ ਦੇਖ ਲੈਂਦੇ ਹਾਂ। ਕਹਿੰਦੇ ਦ ਵਰਡ ਸੋਇਲ ਇਜ਼ ਡਰਾਈਵਡ ਫਰੋਮ ਲੈਟਿਨ ਵਰਡ ਜਿਹਦਾ ਨਾਮ ਕੀ ਹੈਗਾ ਆ? ਸੋਲੀਅਮ। ਸੋਲੀਅਮ which according to Webster dictionary means the upper layer of the earth that may be dug or plowed, especially the loose surface material of the earth in which plants grow। ਠੀਕ ਆ, ਇਹ ਚੀਜ਼ ਕਿੱਥੋਂ ਲਈ ਸੀ? ਲੈਟਿਨ ਵਰਡਸ ਤੋਂ ਲਈ ਸੀ। ਨਾਮ ਕੀ ਸੀਗਾ? ਸੋਲੀਅਮ ਸੀਗਾ। ਔਰ ਇਹਦਾ ਮਤਲਬ ਕੀ ਸੀਗਾ ਕਿ ਅੱਪਰ ਲੇਅਰ ਆਫ ਦੀ ਜਿਹੜੀ ਅਰਥ ਹੈਗੀ ਆ, ਜਿਹੜੀ ਕਿ ਪੁੱਟੀ ਜਾ ਸਕਦੀ ਹੈ, ਡਗ ਕੀਤੀ ਜਾ ਸਕਦੀ ਹੈ, ਜਿੱਥੇ ਕਿ ਅਸੀਂ ਆਪਣੇ ਪਲਾਂਟਸ ਨੂੰ ਗਰੋ ਕਰ ਸਕਦੇ ਹਾਂ, ਉਹਨੂੰ ਕਹਿੰਦੇ ਸੀਗੇ ਸੋਲੀਅਮ। ਠੀਕ ਹੈ। ਨੈਕਸਟ ਕੁਐਸਚਨ ਇਜ਼ ਕਹਿੰਦੇ ਜੀਓਟੈਕਨੀਕਲ ਇੰਜੀਨੀਅਰਿੰਗ ਡੀਲਸ ਵਿਦ ਦੀ। ਜੀਓਟੈਕਨੀਕਲ ਇੰਜੀਨੀਅਰਿੰਗ ਜਿਹੜੀ ਹੈਗੀ ਉਹ ਕਿਹਦੇ ਨਾਲ ਡੀਲ ਕਰਦੀ ਆ? ਉਹ ਡੀਲ ਕਰਦੀ ਆ ਜੀਓਸਫੀਅਰ ਦੇ ਨਾਲ। ਕਿਹਦੇ ਨਾਲ ਕਰਦੀ ਆ? ਜੀਓਸਫੀਅਰ ਦੇ ਨਾਲ। ਠੀਕ ਹੈ, ਐਕਸਪਲੇਨੇਸ਼ਨ ਦੇਖ ਲੈਂਦੇ ਹਾਂ। ਕਹਿੰਦੇ ਜੀਓਟੈਕਨੀਕਲ ਦੇਖੋ ਜੀਓਟੈਕਨੀਕਲ ਹੈ ਕੀ ਆ? ਜੀਓਟੈਕਨੀਕਲ ਦੇ ਵਿੱਚ ਕੀ ਹੁੰਦਾ ਆ ਕਿ ਜੀਓਸਫੀਅਰ ਇਜ਼ ਦੀ ਅਰਥ ਇਟਸੈਲਫ। ਜੀਓਸਫੀਅਰ ਆਪਣੇ ਆਪ ਦੇ ਵਿੱਚ ਕੀ ਹੈਗੀ ਆ? ਅਰਥ ਆ, ਜਿਹਦੇ ਵਿੱਚ ਰੋਕਸ ਆ ਜਾਂਦੇ ਆ, ਮਿਨਰਲਸ ਆ ਜਾਂਦੇ ਆ, ਲੈਂਡ ਫੋਰਮਸ ਆ ਜਾਂਦੇ ਆ, ਸਰਫੇਸ ਐਂਡ ਇੰਟੀਰੀਅਰ ਵਰਕ ਆ ਜਾਂਦਾ। ਇਹ ਸਾਰਾ ਕੁਛ ਜੀਓਸਫੀਅਰ ਆਪਣੇ ਆਪ ਦੇ ਵਿੱਚ ਇਹਨੂੰ ਹੀ ਕਹਿੰਦੇ ਆ, ਜਿਹਨੂੰ ਜੀਓਟੈਕਨੀਕਲ ਵੀ ਕਹਿੰਦੇ ਆ। ਠੀਕ ਹੈ, ਯਾਨੀ ਕਿ ਉਹਦੇ ਵਿੱਚ ਹੀ ਆ ਜਾਂਦਾ। ਬਿਲੋ ਦਾ ਕਰਸਟ, ਜਦੋਂ ਕਰਸਟ ਦੇ ਬਿਲੋ ਦੇਖਦੇ ਹਾਂ, ਵਿਚ ਵਰੀਜ਼ ਇਨ ਡੈਪਥ ਫਰੋਮ ਅਬਾਊਟ 5 ਕਿਲੋਮੀਟਰ ਬਨੀਥ ਐਂਡ ਓਸ਼ਨ ਫਲੋਰ ਅਪ ਟੂ 70 ਕਿਲੋਮੀਟਰ ਬਿਲੋ ਦੀ ਲੈਂਡ ਸਰਫੇਸ। ਇਹ ਸਾਰਾ ਜੋ ਪਾਰਟੀਕਲ ਹੈਗਾ, ਪਾਰਟ ਹੈਗਾ, ਇਹ ਜੀਓਟੈਕਨੀਕਲ ਦਾ ਆਉਂਦਾ, ਜੋ ਕਿ ਦ ਜੀਓਸਫੀਅਰ ਇਜ਼ ਦਾ ਅਰਥ ਇਟਸੈਲਫ, ਜੋ ਆਪਣੇ ਆਪ ਦੇ ਵਿੱਚ ਕੀ ਹੈਗੀ ਆ? ਅਰਥ ਹੀ ਹੈਗੀ ਆ। ਸੋ ਸਾਡਾ ਆਨਸਰ ਕੀ ਆਊਗਾ? ਜੀਓਸਫੀਅਰ। ਅਗਰ ਜੀਓਸਫੀਅਰ ਸਾਡੇ ਆਪਸ਼ਨ 'ਚ ਨਹੀਂ ਹੁੰਦਾ ਪਰ ਉੱਥੇ ਸਾਡੇ ਕੋਲ ਜੀਓਟੈਕਨੀਕਲ ਸਾਡਾ ਉੱਥੇ ਹੁੰਦਾ ਤਾਂ ਅਸੀਂ ਉੱਥੇ ਜੀਓਟੈਕਨੀਕਲ ਨੂੰ ਮਾਰਕ ਕਰਨਾ ਸੀ। ਠੀਕ ਹੈ। ਕਹਿੰਦੇ ਵਿਚ ਆਫ ਦਾ ਫੋਲੋਇੰਗ ਮੈਕੈਨਿਜ਼ਮ ਇਜ਼ ਐਨ ਪ੍ਰੀਡੋਮੀਨੈਂਟ ਇਨ ਗ੍ਰੈਨੂਲਰ ਸੋਇਲ। ਇੱਕ ਵਾਰੀ ਅਸੀਂ ਇਹਨਾਂ ਦੀ ਐਕਸਪਲੇਨੇਸ਼ਨ ਦੇਖ ਲੈਂਦੇ ਹਾਂ, ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ। ਕਹਿੰਦੇ ਗ੍ਰੈਨੂਲਰ ਸੋਇਲ ਮੀਨਸ gravel. Granular soil means gravel, sand or silt, coarse grained with no clay content. Granular soil ਇੱਕ ਇੱਦਾਂ ਦੀ soil ਆ ਜਿਹਦੇ ਵਿੱਚ ਗ੍ਰੈਵਲ ਹੁੰਦੇ ਆ, ਸੈਂਡ ਜਾਂ ਸਿਲਟ ਹੁੰਦੀ ਆ, ਕੋਰਸ ਗ੍ਰੇਨਡ ਪਾਰਟੀਕਲਸ ਹੁੰਦੇ ਆ, ਔਰ ਨੋ ਕਲੇ ਕੰਟੈਂਟ। ਨੋ ਕਲੇ ਕੰਟੈਂਟ ਹੋਣ ਦਾ ਮਤਲਬ ਕਿ ਉਹਦੇ ਵਿੱਚ ਪਲਾਸਟਿਸਿਟੀ ਬਿਲਕੁਲ ਨਹੀਂ ਹੋਊਗੀ। ਠੀਕ ਆ, ਕੋਹੇਸਿਵ ਜਿਹੜੀ ਸਟਰੈਂਥ ਆ ਉਹ ਬਿਲਕੁਲ ਨਹੀਂ ਹੋਊਗੀ। ਉਹਦੇ ਕੋਲ ਲਾਈਨ 'ਚ ਲਿਖਿਆ ਹੀ ਹੋਇਆ ਉਹਨਾਂ ਨੇ, ਗ੍ਰੈਨੂਲਰ ਸੋਇਲ ਹੈਜ਼ ਨੋ ਕੋਹੇਸਿਵ ਸਟਰੈਂਥ। ਕੋਹੇਸਿਵ ਸਟਰੈਂਥ ਦਾ ਮਤਲਬ ਕੀ ਹੁੰਦਾ ਕਿ ਜਦੋਂ ਮੈਂ ਇੱਦਾਂ ਸ਼ੋਅ ਕਰਾਂ ਕਿਸੇ ਚੀਜ਼ ਨੂੰ, ਮੈਂ ਇਸ ਤਰ੍ਹਾਂ ਸ਼ੋਅ ਕਰਦੀ ਪਈ ਹਾਂ, ਦੈਟ ਮੀਨਸ ਇਹਨਾਂ ਵਿੱਚ ਕੋਹੇਸਿਵ ਹੈਗੀ ਆ? ਨਹੀਂ ਹੈਗੀ। ਅਗਰ ਮੈਂ ਇਹੀ ਚੀਜ਼ ਮੈਂ ਇੱਦਾਂ ਸ਼ੋਅ ਕਰਾਂ ਆਪਸ ਦੇ ਵਿੱਚ, ਦੈਟ ਮੀਨਸ ਇਹਨਾਂ ਦੇ ਵਿੱਚ ਕੋਹੇਸਿਵ ਹੈ, ਆਪਸ ਦੇ ਵਿੱਚ ਜੁੜੇ ਹੋਣ ਦੀ ਕਪੈਸਿਟੀ ਹੈ। ਠੀਕ ਆ, ਇਹ ਆ ਜਾਊਗਾ ਕੋਹੇਸਿਵ। ਓਕੇ, ਕਿ ਫ੍ਰਿਕਸ਼ਨ ਇਜ਼ ਪ੍ਰੀਡੋਮੀਨੈਂਟ ਇਨ ਕੇਸ ਆਫ ਗ੍ਰੈਨੂਲਰ ਸੋਇਲ। ਇਹ ਸਾਨੂੰ ਪੁੱਛਿਆ ਹੋਇਆ ਕਿ ਇਹਦੇ ਵਿੱਚ ਫ੍ਰਿਕਸ਼ਨ ਕੀ ਹੁੰਦਾ? ਰਗੜ।
हाँ जी, ਗ੍ਰੈਨੂਲਰ ਸੋਇਲ ਦੇ ਵਿੱਚ ਗ੍ਰੈਨੂਲਰ ਹੋ ਗਈ, ਸੈਂਡ ਆ ਨਾ, ਸੈਂਡ ਆ, ਗ੍ਰੈਵਲ ਵੀ ਹੈਗੇ ਆ। ਸੋ ਇੱਥੋਂ ਪਤਾ ਹੀ ਲੱਗਾ ਕਿ ਸਾਡੇ ਕੋਲ ਉੱਥੇ ਕੀ ਹੋਊਗਾ, ਕਲੇ ਕੰਟੈਂਟ ਨਹੀਂ ਹੈਗੇ, ਮਤਲਬ ਪਲਾਸਟਿਸਿਟੀ ਨਹੀਂ ਹੋਊਗੀ। ਪਲਾਸਟਿਸਿਟੀ ਨਹੀਂ ਹੋਊਗੀ ਦੈਟ ਮੀਨਸ ਆਪਾਂ ਜੁੜੇ ਨਹੀਂ ਹੋਊਗੇ। ਅਗਰ ਜੁੜੇ ਨਹੀਂ ਹੋਊਗੇ, ਸੈਂਡ ਨੂੰ ਦੇਖੋ ਜਦੋਂ ਤੁਸੀਂ ਹੱਥ 'ਚ ਰਗੜੋਗੇ ਆਪਾਂ ਉਹਨੂੰ, ਤੁਹਾਨੂੰ ਫ੍ਰਿਕਸ਼ਨ ਫੀਲ ਹੁੰਦੀ ਹੈ, ਦੈਟ ਮੀਨਸ ਤੁਹਾਡੇ ਹੱਥ ਨੂੰ ਫ੍ਰਿਕਸ਼ਨ ਹੋਊਗੀ। ਸੋ ਤੁਹਾਡਾ ਆਨਸਰ ਕੀ ਆਊਗਾ, ਕੀ ਆਊਗਾ ਆਨਸਰ ਸਾਡਾ, ਫ੍ਰਿਕਸ਼ਨ, यानी कि प्रीडोमिनेट फ्रिक्शन, फ्रिक्शन होनी चाहिए। सो हेयर आंसर इज फ्रिक्शन। सो ये सीगे साढ़े 15 क्वेश्चंस, तुसी 15 क्वेश्चंस लगाए जो अलग अलग स्टेट्स विच आए गए ने और बहुत इंपोर्टेंट हो जाते हैं साढ़े लिए। तो फस्ट चैप्टर के ये क्वेश्चन सीगे सॉइल मकैनिक्स एंड इंट्रोडक्शन दे। कल मैं लेके आऊँगी इसके होर 10 क्वेश्चन। मिलते हैं नैक्सट वीडियो में। थैंक यू।